ਤਾਂ ਇਹ ਪਲਾਨ ਕੀਤਾ ਕਿ ਜਿਹੜਾ ਇੱਕ ਪੁਆਇੰਟ ਆ ਥੋੜ੍ਹੇ ਜਿਹੇ ਡਿਸਟੈਂਸ ਵਿੱਚ ਉਹ ਪ੍ਰੋਵਾਈਡ ਕੀਤਾ ਵਾ, ਦੇ ਦਿਓ ਕਿ ਇਹਨੂੰ ਐਮਰਜੈਂਸੀ ਹੋ, ਨਾਲ ਦੇ ਨਾਲ ਪੋਰਟੇਬਲ ਚਾਰਜਰ ਪਲੱਗ ਇਨ ਕਰਕੇ ਫੋਨ ਕਰ ਲਏ ਕਿਸੇ ਨੂੰ ਵੀ। ਕਿਸਾਨਾਂ ਲਈ ਤਾਂ ਫ੍ਰੀ ਆ, ਬਟ ਅਗਰ ਨਾਰਮਲ ਪਬਲਿਕ ਨੂੰ ਵੀ ਚਾਹੀਦਾ ਤਾਂ ਉਹਨੂੰ 450 ਰੱਖੀ ਜਿਹੜੀ ਕਿ ਮਿਨੀਮਮ ਆ ਐਂਡ ਜਿਹਦੇ ਨਾਲ ਹੀ ਬਿਲਡਅਪ ਹੋ ਜਾਂਦਾ। ਮੈਂ ਕਿਹਾ ਪੈਸੇ ਕਿੱਥੋਂ ਫਿਰ ਵੇਖਿਆ ਤੇ ਪਿਗੀ ਬੈਂਕ ਟੁੱਟੀ ਪਈ। ਤੇ ਉਹ ਜਦੋਂ ਇਹਨੇ ਮੇਰੇ ਅੱਗੇ ਪੈਸੇ ਰੱਖੇ ਤੇ ਉਹ ਇੱਕ ਬਹੁਤ ਅੰਦਰੋਂ ਮਤਲਬ ਝੰਜੋੜਨ ਵਾਲੀ ਸੀ, ਆਤਮਾ ਨੂੰ ਝੰਜੋੜਨ ਵਾਲੀ ਸੀ ਉਹ ਸੀਨ ਜਿਹੜੀ। एक और स्टडी तो वक्री चीज़ नहीं है, जितना टेक्निकल चीज़ को बिल्ड करनी ये भी बहुत मतलब प्रैक्टिकल एक स्टडी है। प्रैक्टिकली तो इंजॉयमेंट भी है, देखो कि अंधा तेन अपनी कोई सेवा करनी है, अंधा तेन प्रोवाइड करना वा। इन्ने बड़े किसानों दोनों च मेरा एक सहयोग हो गया। तो जो सब तो चीपेस्ट लगा तो अवेलेबल लगा वो पाइप लगे हैं, PVC पाइप के ईजिली हर शॉप से अवेलेबल हो जाते हैं, सेंट्री कोई भी सब चीपेस्ट भी है। तो शॉक प्रूफ भी है, सदाबहार भी है, पानी नाल कुछ नहीं होना, शॉक प्रूफ भी है, फ्लैक्सीबल भी है, कभी गिरूगा भी तो मतलब ब्रेक नहीं जल्दी होगा। ਲਗਾਤਾਰ 4 ਮਹੀਨਿਆਂ ਤੋਂ ਕਿਸਾਨੀ ਅੰਦੋਲਨ ਦਿੱਲੀ ਬਾਰਡਰ ਤੇ ਚੱਲ ਰਿਹਾ ਹੈ ਤੇ ਪੂਰੇ ਪੰਜਾਬ ਭਰ ਨੇ ਪੂਰੇ ਦੇਸ਼ ਤੋਂ ਕਿਸਾਨ ਉੱਥੇ ਪਹੁੰਚ ਕੇ ਸ਼ਮੂਲੀਅਤ ਕਰ ਰਿਹਾ ਹੈ ਅਤੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰ ਰਿਹਾ ਹੈ। ਅਗਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਤਾਂ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਹੀ ਹੈ, ਲੇਕਿਨ ਅੱਜ ਕੱਲ੍ਹ ਦੀ ਪਨੀਰੀ ਯਾਨੀ ਕਿ ਛੋਟੇ ਬੱਚਿਆਂ 'ਚ ਵੀ ਕਾਫੀ ਉਤਸ਼ਾਹ ਹੈ ਕਿ ਉਹ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਣ ਤੇ ਖੇਤੀ ਸੁਧਾਰ ਬਿੱਲਾਂ ਦਾ ਵਿਰੋਧ ਕਰਕੇ ਉਹਨਾਂ ਬਿੱਲਾਂ ਨੂੰ ਰੱਦ ਕਰਵਾਉਣ। ਜਿਸ ਦੇ ਚਲਦੇ ਇੱਕ ਖਬਰ ਅਸੀਂ ਪਹਿਲਾਂ ਵੀ ਕੀਤੀ ਸੀ, ਜਿਸ ਵਿੱਚ 14 ਸਾਲ ਦਾ ਬੱਚਾ ਜਿਹੜਾ ਹੈ ਉਹ ਸਾਈਕਲ ਦੇ ਉੱਤੇ ਕਿਸਾਨੀ ਅੰਦੋਲਨ 'ਚ ਸ਼ਾਮਿਲ ਹੋਣ ਲਈ ਗਿਆ ਸੀ। ਲੇਕਿਨ ਅੱਜ ਅਸੀਂ ਇੱਕ ਦੂਸਰੀ ਖਬਰ ਕਰਨ ਆਏ ਹਾਂ। ਅੰਮ੍ਰਿਤਸਰ ਅਲਫਾ 1 ਨਜ਼ਦੀਕ ਰਹਿਣ ਵਾਲਾ ਇੱਕ ਛੋਟਾ ਬੱਚਾ ਜਿਹਦੇ ਵੱਲੋਂ ਪਾਵਰ ਬੈਂਕ ਖੁਦ ਤਿਆਰ ਕੀਤੇ ਜਾ ਰਹੇ ਆ ਕਿ ਪਾਵਰ ਬੈਂਕ ਤਿਆਰ ਕਰਕੇ ਕਿਸਾਨੀ ਅੰਦੋਲਨ 'ਚ ਜਾ ਕੇ ਕਿਸਾਨਾਂ ਨੂੰ ਉਹ ਪਾਵਰ ਬੈਂਕ ਜਿਹੜੇ ਆ ਉਹ ਦਿੱਤੇ ਜਾਣ। ਹਾਲਾਂਕਿ ਪਾਵਰ ਬੈਂਕ ਕਾਫੀ ਹੱਦ ਤੱਕ ਉਸ ਬੱਚੇ ਵੱਲੋਂ ਤਿਆਰ ਕੀਤੇ ਵੀ ਗਏ ਆ। ਅਸੀਂ ਬੱਚੇ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਪਾਵਰ ਬੈਂਕ ਤਿਆਰ ਕੀਤੇ ਜਾਣ ਤੇ ਉੱਥੇ ਕਿਸਾਨਾਂ ਨੂੰ ਪਹੁੰਚਾਏ ਜਾਣ। ਗੱਲਬਾਤ ਕਰ ਲੈਂਦੇ ਹਾਂ। ਕੀ ਨਾਮ ਹੈ ਬੇਟਾ ਤੁਹਾਡਾ? हाँ जी, मेरा नाम गुरजोत सिंह है। ਗੁਰਜੋਤ ਜੀ, ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਪਾਵਰ ਬੈਂਕ ਤਿਆਰ ਕੀਤੇ ਜਾਣ ਤੇ ਕਿਸਾਨੀ ਅੰਦੋਲਨ 'ਚ ਪਹੁੰਚਾਏ ਜਾਣ? पिछले 5 महीनों तो लगातार किसानों ਦੇ ਨਾਲ ਜੁੜੇ ਆ। ਅਸੀਂ ਅੰਮ੍ਰਿਤਸਰ ਵੀ ਟੋਲ ਤੇ ਲਗਾਤਾਰ ਜਾਂਦੇ ਆ ਤੇ ਹੁਣ ਫਿਲਹਾਲ ਹੀ ਦਿੱਲੀ ਵੀ ਹੋ ਕੇ ਆਏ ਆ। ਜਿਹੜਾ ਵੇਖਿਆ ਕਿਸਾਨਾਂ ਨੂੰ ਮਤਲਬ ਸਾਰੀ ਚੀਜ਼ ਦੇ ਉੱਥੇ ਸਹੂਲਤਾਂ ਹੈਗੀਆਂ ਵਾ, ਲੰਗਰ ਦੀ ਵੀ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ, ਲੰਗਰ ਖੁੱਲ੍ਹਾ ਉਹਨਾਂ ਕੋਲ, ਸੇਵਾ ਵੀ ਬਾਕੀ ਬੜੀਆਂ ਹੈਗੀਆਂ। ਮੇਨ ਜਿਹੜੀ ਉਹਨਾਂ ਦੀ ਪ੍ਰੋਬਲਮ ਹੈ ਉਹ ਕਨੈਕਟੀਵਿਟੀ ਦੀ, ਫੋਨ ਡਿਸਚਾਰਜ ਦੀ ਆ, ਕਿ ਨਾਲ ਗੱਲ ਨਹੀਂ ਕਰ ਪਾਉਂਦੇ, ਸੰਪਰਕ ਨਹੀਂ ਕਰ ਪਾਉਂਦੇ। ਤੇ ਉੱਥੇ ਜਿਹੜੇ ਰੋਡ ਤੇ ਬੈਠੇ ਆ ਤੇ ਉੱਥੇ ਇਲੈਕਟ੍ਰੀਸਿਟੀ ਗਵਰਨਮੈਂਟ ਵੱਲੋਂ ਪ੍ਰੋਵਾਈਡ ਵੀ ਨਹੀਂ ਕੀਤੀ ਜਾਂਦੀ ਤੇ ਉੱਥੇ ਮਤਲਬ ਬੜੀ ਪ੍ਰੋਬਲਮ, ਉਹ ਘਰ-ਬਾਰ ਨਾਲ ਵੀ ਨਹੀਂ ਕਰ ਪਾਉਂਦੇ ਬੰਦੇ। ਤਾਂ ਤੁਹਾਨੂੰ ਲੱਗਾ ਕਿ ਬੜਾ ਮੁਸ਼ਕਿਲ ਹੈ ਉਹਨਾਂ ਨੂੰ। ਸਾਨੂੰ ਵੀ ਪਤਾ ਕਿ ਜਦੋਂ ਫੈਮਿਲੀ ਨਾਲ ਗੱਲ ਨਾ ਹੋਵੇ ਕਿੰਨੀ ਹਾਈਪਰਸਿਟੀ ਕ੍ਰੀਏਟ ਹੋ ਜਾਂਦੀ ਆ। ਤੇ ਫਿਰ ਇਹ ਸੋਚਿਆ ਕਿ ਉਹਨਾਂ ਨੂੰ ਮਤਲਬ ਕਿੱਦਾਂ ਦੱਸਿਆ ਹੋਵੇ ਕਿ ਲੈ ਲਓ ਦੀ ਪਾਵਰ ਬੈਂਕ ਅਵੇਲੇਬਲ ਹੁੰਦੇ ਆ। ਕਿਸਾਨਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ, ਇਹਨੂੰ ਬੋਲਿਆ ਵਾ ਉਹ, ਬਟ ਮਤਲਬ ਪੋਸੀਬਲ ਨਹੀਂ ਹੀ, ਅਫੋਰਡੇਬਲ ਨਹੀਂ ਹੈ, ਮਾਰਕੀਟ ਬਹੁਤ ਮਤਲਬ ਐਕਸਪੈਂਸਿਵ ਆ। ਜਿਨ੍ਹਾਂ ਕੋਲ ਛੋਟੇ ਛੋਟੇ ਫੋਨ ਹੀ ਨੋਕੀਆ ਵਾਲੇ, ਉਹ ਪਾਵਰ ਬੈਂਕ ਕਿੰਨੇ 2-2 ਹਜ਼ਾਰ ਦੇ ਕਿਉਂ ਲੈਣਗੇ? ਤੇ ਫਿਰ ਹੀ ਸੋਚਿਆ ਬੜੀ ਸਮੱਸਿਆ ਜਿੱਦਾਂ ਉੱਥੇ ਟਰਾਲੀਆਂ 'ਚ ਅਵੇਲੇਬਲ ਆ, ਮਤਲਬ ਮੁਮਕਿਨ ਨਹੀਂ ਆ। ਫਿਰ ਇਹ ਆਈਡੀਆ ਆਇਆ ਤਾਂ। ਪਰ ਅਗਰ ਗੱਲ ਕੀਤੀ ਜਾਵੇ ਦਿੱਲੀ ਦੀ ਤਾਂ ਉੱਥੇ ਟਰਾਲੀਆਂ ਵੀ ਮੌਜੂਦ ਹੈ ਜਿਨ੍ਹਾਂ 'ਚ ਇਲੈਕਟ੍ਰੀਸਿਟੀ ਦਾ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ। ਅਗਰ ਟਰਾਲੀਆਂ ਜਾਂਦੀਆਂ ਵੀ ਆ ਤਾਂ ਉਹਨਾਂ 'ਚ ਵੀ ਇੱਕ ਛੋਟਾ ਸੋਲਰ ਸਿਸਟਮ ਲੱਗਾ ਹੁੰਦਾ, ਜਿਹੜੀ ਮੋਬਾਈਲ ਚਾਰਜਿੰਗ ਦੀ ਆਪਸ਼ਨ ਹੁੰਦੀ ਹੈ। ਕਿਸਾਨ ਪੂਰਾ ਅਰੇਂਜਮੈਂਟ ਕਰਕੇ ਜਾਂਦੇ ਆ। ਫਿਰ ਕਿੱਦਾਂ ਲੱਗਾ ਕਿ ਪਾਵਰ ਬੈਂਕ ਦੀ ਜ਼ਿਆਦਾ ਜ਼ਰੂਰਤ ਹੈ ਉੱਥੇ? ਜਿੱਦਾਂ ਅਸੀਂ ਵੇਖਿਆ ਟਰਾਲੀਆਂ ਵੀ ਲਿਮਿਟਡ ਹੀ ਆ। ਹੁਣ ਵੱਧ ਤੋਂ ਵੱਧ ਇੱਕ ਟਰਾਲੀ 'ਚ 300 ਚਾਹੇ ਲਗਾ ਲੈਣ, ਚਾਹੇ ਪੂਰੀ ਟਰਾਲੀ ਦੇ ਦੋ ਇਲੈਕਟ੍ਰਿਕ ਹੋ ਗਈ ਆ, ਬਟ ਕਿਸਾਨ ਦੇ ਦੋ ਲੱਖਾਂ ਦੇ ਸਦਾਤ ਵਿੱਚ ਗਏ ਆ। ਹੁਣ ਜਿੱਦਾਂ ਅਸੀਂ ਵੇਖਿਆ ਕਿ ਸਿੰਘੂ ਬਾਰਡਰ ਵੀ ਐਕਸਟੈਂਡਡ ਆ, ਕਿਹੜਾ ਵੀ ਦਿੱਲੀ ਦਾ ਬਾਰਡਰ ਐਕਸਟੈਂਡਡ ਕਿਲੋਮੀਟਰਸ ਐਕਸਟੈਂਡਡ ਆ। ਜਦੋਂ ਕਿਸੇ ਨੂੰ ਐਮਰਜੈਂਸੀ ਆਉਂਦੀ, ਉਹ ਮਤਲਬ ਤੁਰ ਕੇ ਇੱਧਰ ਜਾ ਨਹੀਂ ਸਕਦਾ ਟਰਾਲੀ ਤੱਕ। ਤੇ ਪਹਿਲਾਂ ਕਈ ਵਾਰ ਪਤਾ ਨਹੀਂ ਹੁੰਦਾ, ਬਾਈ ਚਾਂਸ ਉਹਦਾ ਫੋਨ ਡਿਸਚਾਰਜ ਹੋਇਆ, ਐਮਰਜੈਂਸੀ ਅਚਾਨਕ ਆ ਜੇ, ਮਤਲਬ ਤੁਰਦੇ ਟਰਾਲੀ 'ਤੇ ਜਾਊਗਾ ਨਹੀਂ ਕਿ ਪਹਿਲਾਂ ਕਨੈਕਟ ਕਰਾਂ। ਉਹਨੂੰ ਕੁਛ ਪੋਰਟੇਬਿਲਿਟੀ ਅਵੇਲੇਬਲ ਆ। ਤਾਂ ਇਹ ਪਲਾਨ ਕੀਤਾ ਕਿ ਜਿਹੜਾ ਇੱਕ ਪੁਆਇੰਟ ਆ ਥੋੜ੍ਹੇ ਜਿਹੇ ਡਿਸਟੈਂਸ ਵਿੱਚ ਉਹਦੇ ਪ੍ਰੋਵਾਈਡ ਕੀਤਾ ਵਾ, ਦੇ ਦਿਓ ਕਿ ਇਹਨੂੰ ਐਮਰਜੈਂਸੀ ਹੋ, ਨਾਲ ਦੇ ਨਾਲ ਪੋਰਟੇਬਲ ਚਾਰਜਰ ਪਲੱਗ ਇਨ ਕਰਕੇ ਫੋਨ ਕਰ ਲਏ ਕਿਸੇ ਨੂੰ ਵੀ। ਪਰ ਪਾਵਰ ਬੈਂਕ ਤਾਂ ਉੱਥੇ ਵੀ ਬੜੇ ਮਿਲਦੇ ਪਏ ਆ, ਸਸਤੇ ਮਿਲਦੇ ਪਏ। 600-700 ਰੁਪਏ 'ਚ ਪਾਵਰ ਬੈਂਕ ਉੱਥੇ ਮਿਲਦਾ ਪਿਆ। ਛੋਟੇ ਛੋਟੇ ਉੱਥੇ ਦੇ ਲੋਕਲਸ ਰਹਿਣ ਵਾਲੇ ਲੋਕਾਂ ਨੇ ਰੇਹੜੀ ਫੜੀਆਂ ਲਗਾ ਕੇ ਪਾਵਰ ਬੈਂਕ, ਮੋਬਾਈਲ ਚਾਰਜਰ, ਜਿਹੜੀਆਂ ਵਾਇਰਸ, ਹੋਰ ਇਸ ਤਰ੍ਹਾਂ ਦਾ ਜਿਹੜਾ ਸਮਾਨ ਹੈ ਉਹ ਵੇਚਦੇ ਪਏ ਆ। ਅਤੇ ਤੁਹਾਡੇ ਪਾਵਰ ਬੈਂਕ 'ਚ ਕੀ ਖਾਸ ਹੈ? ਹੁਣ ਜਿੱਦਾਂ ਕਿ ਇਹ ਵੇਖਣ ਡਿਆ ਕਿ ਜਿਹੜੇ ਮਾਰਕੀਟ 'ਚ ਪਾਵਰ ਬੈਂਕ ਅਵੇਲੇਬਲ ਆ ਉਹ ਆ ਕੁੱਲ 1200 ਤੋਂ ਲੈ ਕੇ 1800 ਤੱਕ। ਹੁਣ ਜਿਹੜੇ ਤੁਸੀਂ ਕਿਹਾ ਵਾ ਮਤਲਬ 600-700 ਵਿੱਚ ਉਹ ਕੋਈ ਅਵੇਲੇਬਲ ਨਹੀਂ ਆ। ਉਹ ਵੀ ਮਤਲਬ ਕਿ ਕੰਪਨੀ ਦਿੰਦੀ ਆ। ਅਸੀਂ ਵੀ ਇੱਕ ਵਾਰ ਲਿਆ ਕੇ ਵੇਖਿਆ ਸਟਾਰਟਿੰਗ 'ਚ ਕਿ ਵੇਖੀਏ ਜਿਹੜੇ ਸਸਤੇ ਆ, ਔਨਲਾਈਨ ਅਵੇਲੇਬਲ ਵੀ ਆ। ਅਸੀਂ ਉਹਨੂੰ ਵੇਖਿਆ, ਖੋਲ੍ਹ ਕੇ ਵੇਖਿਆ, ਉਹਦੇ ਅੰਦਰ ਸਾਨੂੰ ਇੰਨਾ ਵੱਡਾ ਫਰੋਡ, ਚਲੋ ਬ੍ਰਾਂਡ ਦਾ ਨਾਮ ਨਹੀਂ ਦੱਸਦੇ, ਇੰਨਾ ਵੱਡਾ ਫਰੋਡ ਵੇਖਿਆ ਕਿ ਜਿਹੜਾ ਪਾਵਰ ਵਧਾਉਣ ਲਈ ਉਹ 7 ਬੈਟਰੀਆਂ ਪਾ ਦਿੰਦੀ ਆ। ਉਹਦੇ ਅੰਦਰ ਵਰਕਿੰਗ ਜਿਹੜੀ ਬਸ 3 ਬੈਟਰੀਜ਼ ਹੁੰਦੀ ਆ।
ਮਤਲਬ ਸੱਤ ਵਹੀ ਮਤਲਬ ਪਾਰ ਵਧਾਉਣ ਲਈ ਕਰ ਦਿੰਦੀ ਹੈ, ਪਬਲਿਕ ਨਾਲ ਫਰਾਡ ਕਰਦੀ ਹੈ। ਤੁਹਾਨੂੰ ਲੱਗਾ ਕਿਸਾਨਾਂ ਨਾਲ ਉਹ ਨਹੀਂ ਕਰਨਾ ਚਾਹੀਦਾ, ਕਿਸਾਨਾਂ ਨਾਲ ਮਤਲਬ ਬੜੀ ਕਦੀ ਮੁਸ਼ਕਿਲ ਵੀ ਹੋ ਸਕਦੀ ਹੈ, ਮਤਲਬ ਭੁਲੇਖੇ 'ਚ ਰਹਿ ਜਾਣ ਇੱਦਾਂ। ਤੁਸੀਂ ਕਿੰਨੀ ਕੋਸਟ ਤੇ ਕਿਸਾਨਾਂ ਨੂੰ ਇਹ ਪਾਵਰ ਬੈਂਕ ਦੇ ਰਹੇ ਹੋ? ਕਿਸਾਨਾਂ ਲਈ ਤਾਂ ਫ੍ਰੀ ਆ, ਬਟ ਅਗਰ ਨਾਰਮਲ ਪਬਲਿਕ ਨੂੰ ਵੀ ਚਾਹੀਦਾ ਤੇ ਉਹਨੂੰ 450 ਰੱਖੀ ਜਿਹੜੀ ਕਿ ਮਿਨੀਮਮ ਆ, ਐਂਡ ਜਿਹਦੇ ਨਾਲ ਹੀ ਬਿਲਡਅਪ ਹੋ ਜਾਂਦਾ। ਨੇ ਜਿਹੜਾ ਦਿੱਲੀ ਕਿਸਾਨ ਬੈਠੇ ਆ ਧਰਨੇ ਤੇ, ਜਿੱਥੇ ਤੁਸੀਂ ਪਾਵਰ ਬੈਂਕ ਭੇਜਦੇ ਪਏ, ਉਹਨਾਂ ਨੂੰ ਕੋਸਟ ਕਰਦੇ ਪਏ ਜੇ ਕਿ ਫ੍ਰੀ ਆਫ ਕੋਸਟ ਹੈ? ਕਿਸਾਨਾਂ ਨੂੰ ਫ੍ਰੀ ਆ, ਜਿਹੜੇ ਵੀ ਧਰਨੇ ਤੇ ਬੈਠੇ ਫ੍ਰੀ ਹੈ ਕਿਸਾਨਾਂ ਲਈ। ਠੀਕ ਹੈ। ਤਾਂ ਜਦੋਂ ਕਿੰਨੇ ਕੁ ਪਾਵਰ ਬੈਂਕ ਹੁਣ ਤੱਕ ਤੁਸੀਂ ਦਿੱਲੀ ਧਰਨੇ ਤੇ ਭੇਜ ਚੁੱਕੇ ਜੀ? ਹੁਣ ਤੱਕ ਕਿਸਾਨਾਂ ਲਈ ਤਾਂ ਅਣਗਿਣਤ ਭੇਜ ਚੁੱਕੇ ਆ, ਦਿੱਲੀ ਆ ਕੇ ਵੀ ਆਏ ਆ ਤੇ ਅੰਮ੍ਰਿਤਸਰ ਵੀ ਜਿੱਥੇ ਹੈਗੇ ਆ ਇਹਨਾਂ ਨੂੰ ਵੰਡ ਚੁੱਕੇ ਆ। ਤੇ ਇੱਥੋਂ ਵੀ ਜਿਹੜੇ ਟਰਾਲੀਆਂ ਅੱਗੇ ਲੰਘਦੀਆਂ ਵਾ ਦਿੱਲੀ ਨੂੰ ਜਾਂਦੀਆਂ, ਉੱਥੇ ਵੀ ਪਾ ਦਿੰਦੇ ਕਿ ਮਤਲਬ ਸਪੀਡ ਤੋਂ ਸਪੀਡ ਜਿੱਦਾਂ ਵੀ ਪਹੁੰਚਾਇਆ ਜਾਣ ਉਹਨਾਂ ਤੱਕ, ਐਮਰਜੈਂਸੀ ਆ ਜਲਦੀ ਤੋਂ ਜਲਦੀ ਜਿੱਦਾਂ ਪਹੁੰਚਾਇਆ ਜਾਣ ਪਹੁੰਚਣ। 14 ਸਾਲ ਦੀ ਉਮਰ ਹੈ, ਪਾਵਰ ਬੈਂਕ ਬਣਾਉਣ 'ਚ ਫਿਰ ਦਿਹਾੜੀ 'ਚ ਕਿੰਨਾ ਟਾਈਮ ਦਿੰਦੇ ਜੀ? ਕਿਉਂਕਿ ਸਕੂਲ ਵੀ ਜਾਂਦੇ ਹੋਵੋਗੇ, ਸਟੱਡੀ ਵੀ ਹੈ, ਤਾਂ ਕਿੰਨਾ ਟਾਈਮ ਸਟੱਡੀ ਲਈ ਕੱਢ ਪਾਉਂਦੇ ਜੇ ਪਾਵਰ ਬੈਂਕ 'ਚ? ਮਤਲਬ ਸਟੱਡੀ ਵੀ ਹੋ ਜਾਂਦੀ ਹੈ, ਮਤਲਬ ਕੋਈ ਫੋਰਸ ਨਹੀਂ ਆ, ਇਹ ਕੋਈ ਮਤਲਬ ਸਟੱਡੀ ਤਾਂ ਵੱਖਰੀ ਚੀਜ਼ ਨਹੀਂ ਆ, ਜਿੱਦਾਂ ਟੈਕਨੀਕਲ ਚੀਜ਼ ਕੋ ਬਿਲਡ ਕਰਨੀ, ਇਹ ਵੀ ਬਹੁਤ ਮਤਲਬ ਪ੍ਰੈਕਟੀਕਲ ਇੱਕ ਸਟੱਡੀ ਆ। ਪ੍ਰੈਕਟੀਕਲੀ ਤੇ ਇੰਜੋਇਮੈਂਟ ਵੀ ਹੈ, ਦਿਓ ਕਿ ਅੰਨਦਾਤਾ ਨੂੰ ਆਪਣੀ ਕੋਈ ਸੇਵਾ ਕਰਨੀ ਆ, ਅੰਨਦਾਤਾ ਨੂੰ ਪ੍ਰੋਵਾਈਡ ਕਰਨਾ ਵਾ। ਇੰਨੇ ਵੱਡੇ ਕਿਸਾਨ ਅੰਦੋਲਨ 'ਚ ਮੇਰਾ ਇੱਕ ਸਹਿਯੋਗ ਹੋ ਗਿਆ, ਬਹੁਤ ਵਧੀਆ ਮਤਲਬ ਖੁਸ਼ੀ ਹੁੰਦੀ ਇਹਦੇ ਨਾਲ। ਤਾਂ ਪਰਿਵਾਰ ਦਾ ਕਿੱਦਾਂ ਦਾ ਸਹਿਯੋਗ ਹੈ? ਪਰਿਵਾਰ ਜਿੱਦਾਂ ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਹਾਂ, ਸਾਰੇ ਸਹਿਯੋਗ ਕਰਦੇ ਆ, ਹੈਂਡ ਟੂ ਹੈਂਡ ਜਿਹੜੀ ਹੈਲਪਸ ਆ, ਕੋਈ ਪਾਈਪ ਕੱਢ ਦਿੰਦਾ, ਕੋਈ ਕੁਛ ਕਰ ਦਿੰਦਾ, ਹੈਂਡ ਟੂ ਹੈਂਡ ਮਤਲਬ ਬਹੁਤ ਸਾਰੀ ਹੈਲਪ ਹੈ। ਫੈਕਟਰੀ 'ਚ ਜੋ ਮਸ਼ੀਨਸ ਆ ਉਹਨਾਂ ਦੀ ਬੜੀ ਮਤਲਬ ਹੈਂਡਲਿੰਗ ਹੁੰਦੀ ਆ, ਤੇ ਦੋ ਹੱਥਾਂ ਨਾਲ ਕਦੀ ਕੁਛ ਹੋ ਨਹੀਂ ਸਕਦਾ। ਸਪੋਰਟਸ ਦੀ ਲੋੜ ਹੀ ਪੈਂਦੀ ਆ ਤੇ ਉਹ ਹੋ ਗਿਆ, ਤੇ ਜਿਹੜੇ ਫਾਈਨੈਂਸ਼ੀਅਲ ਸਪੋਰਟ ਆ, ਮਨੀ ਪ੍ਰੋਵਾਈਡਿੰਗ, ਜਿਹੜੇ ਮੈਨੂੰ ਖਰੀਦ ਕੇ ਚੀਜ਼ਾਂ ਲੈਂਦੇ ਉਹ ਮੇਰੇ ਪਾਪਾ ਕਰਦੇ ਆ। ਤਾਂ ਜਦੋਂ ਪਹਿਲਾਂ ਪਾਵਰ ਬੈਂਕ ਤਿਆਰ ਕੀਤਾ, ਸਭ ਤੋਂ ਪਹਿਲਾਂ ਪਾਵਰ ਬੈਂਕ ਤਿਆਰ ਕੀਤਾ, ਕਿ ਫੈਮਿਲੀ ਦੀ ਪੂਰੀ ਸਪੋਰਟ ਸੀ ਜਾਂ ਘਰ ਦੇ ਮੰਨ ਗਏ ਸੀ ਕਿ ਨਹੀਂ ਮੰਨੇ ਕਿ ਇਹ ਛੱਡੋ ਪਰੇ, ਕਿੱਥੇ ਇੰਨੇ ਪਾਵਰ ਬੈਂਕ ਤਿਆਰ ਕਰੋਗੇ? ਕਿ ਜਦੋਂ ਤੁਸੀਂ ਕਿਹਾ ਪਾਪਾ ਮੈਂ ਪਾਵਰ ਬੈਂਕ ਤਿਆਰ ਕਰਨੇ ਆ ਕਿਸਾਨਾਂ ਵਾਸਤੇ, ਤਾਂ ਉਹਨਾਂ ਨੇ ਕਿਹਾ ਠੀਕ ਆ ਵੀ ਹਾਂ ਮੈਂ ਪੈਸੇ ਦੇ ਦਿੰਦਾ, ਕੀ ਸੀ ਮਾਹੌਲ? ਪਹਿਲਾਂ ਜਦੋਂ ਦਿੱਲੀ ਤੋਂ ਆਉਂਦੇ ਸੀ ਆਪਸ ਲੌਟਣ ਡੇ ਸੀ, ਤੇ ਉਦੋਂ ਸਾਨੂੰ ਪਾਵਰ ਬੈਂਕ ਦੀ ਸਮਝ ਆ ਗਈ ਸੀ ਕਿ ਉਹਨਾਂ ਨੂੰ ਬੜੀ ਪ੍ਰੋਬਲਮ ਆ। ਤੇ ਰਸਤੇ 'ਚ ਆਉਂਦੇ ਆਉਂਦੇ ਸੋਚਣ ਡੇ ਸੀ, ਮੈਂ ਵੀ ਆਪਣੇ ਬੜੇ ਆਈਡੀਆ ਦਿੱਤੀ ਕਿ ਉਹਨਾਂ ਸੋਲਰ ਉੱਥੇ ਕੀ ਨਾ ਪਾ ਦਈਏ ਕਿ ਉੱਥੇ ਬੈਟਰੀ ਚਾਰਜ ਹੋ ਜਾਇਆ ਕਰੇ ਹਰ ਪੁਆਇੰਟ 'ਤੇ ਸੋਲਰ, ਬਟ ਉਹ ਵੀ ਪੋਸੀਬਲ ਨਹੀਂ ਸੀ। ਬੜੇ ਮੈਨੂੰ ਆਈਡੀਆ ਦਿੱਤੇ, ਬਟ ਦੋ ਤਿੰਨ ਦਿਨ ਵੇਖਿਆ ਕਿ ਰਿਸਪੌਂਸ ਨਹੀਂ ਇਹਨਾਂ ਦਾ, ਐਕਟਿਵ ਰਿਸਪੌਂਸ ਨਹੀਂ ਸੀ। ਤੇ ਫਿਰ ਮੈਂ ਵੇਖਿਆ ਦੇਦਾ ਕਿ ਪਹਿਲਾਂ ਸਟੱਡੀ ਕਰ ਲਈ ਸੀ, ਮੈਨੂੰ ਪਤਾ ਪਾਵਰ ਬੈਂਕ ਇੱਦਾਂ ਬਣ ਜਾਣਾ, ਈਜ਼ੀਲੀ ਬਣ ਜਾਣਾ, ਤਾਂ ਹੋ ਜਾਣਾ ਪ੍ਰੋਫਿਟੇਬਲ। ਤੇ ਮੈਂ ਉਹਨਾਂ ਨੂੰ ਬੋਲਣ ਡਿਆ ਸੀ ਕਿ ਇਹਦਾ ਲੈ ਦਿਓ। ਫਿਰ ਮੈਂ ਆਪਣੀ ਮਤਲਬ ਜਿਹੜਾ ਪਿਗੀ ਬੈਂਕ ਸੀ ਮੇਰਾ, ਉਹਨੂੰ ਬ੍ਰੇਕਅਪ ਕੀਤਾ, ਤੇ ਇਹਦਾ ਲਿਸਟ ਇਹਦਾ ਬਲੂਪ੍ਰਿੰਟ ਸੀ ਉਹ ਇਹਨਾਂ ਨੂੰ ਪ੍ਰੋਵਾਈਡ ਕੀਤਾ ਕਿ ਇੰਨੀ ਚੀਜ਼ਾਂ 'ਚ ਆਰਾਮ ਨਾਲ ਆ ਜਾਣਾ ਵਾ। ਪਹਿਲਾਂ ਮੈਂ ਐਕਸਪੈਰੀਮੈਂਟ ਕਰੂੰਗਾ, ਤੇ ਅਗਰ ਪਾਸ ਹੋਗਾ ਫਿਰ ਤਾਂ ਮੈਨੂੰ ਪਰਮਿਸ਼ਨ ਦੇ ਦਿਓ। ਤੇ ਜਿਹੜਾ ਪਹਿਲਾ ਪੀਸ ਸੀ ਉਹ ਇੱਕ ਹਫ਼ਤੇ 'ਚ ਪੂਰਾ ਜਿਹੜਾ ਬਣ ਚੁੱਕਿਆ ਸੀ, ਤੇ ਉਮੀਦ ਤੋਂ ਵਧੀਆ ਉਹਦਾ ਪਰਫਾਰਮ ਕੀਤਾ ਉਹਨਾਂ ਨੇ। ਤਾਂ ਜਦੋਂ ਪਹਿਲਾਂ ਤੁਸੀਂ ਪਿਗੀ ਬੈਂਕ ਤੋੜਿਆ, ਤਾਂ ਕਿੰਨੀ ਕੁ ਖੁਸ਼ੀ ਹੋਈ ਕਿ ਮੈਂ ਕਿਸਾਨੀ ਅੰਦੋਲਨ ਲਈ ਪਿਗੀ ਬੈਂਕ ਤੋੜ ਕੇ ਜਿਹੜਾ ਪਾਵਰ ਬੈਂਕ ਤਿਆਰ ਕਰ ਰਿਹਾ? ਪਿਗੀ ਬੈਂਕ ਜਿੱਦਾਂ ਹੁਣ ਮਨੀ ਲਾਸ ਹੋਇਆ, ਬਟ ਉਹਦਾ ਉਹ ਨਹੀਂ ਕਿ ਦੁੱਖ ਨਹੀਂ ਸੀ, ਮਨੀ ਲਾਸ ਹੋਇਆ, ਉਹਦੀ ਮਤਲਬ ਐਕਸਟਰਾ ਖੁਸ਼ੀ ਸੀ। ਇੰਨਾ ਵੱਡਾ ਜਿਹੜਾ ਅੰਦੋਲਨ ਚੱਲਣਾ, ਤੇ ਉਸ 'ਚ ਮੇਰਾ ਯੋਗਦਾਨ ਹੋਣ ਲੱਗਾ ਵਾ, ਕੋਈ ਸ਼ੁਰੂਆਤ ਹੋਣ ਲੱਗੀ ਆ, ਤੇ ਮੈਂ ਵੀ ਜਿਹੜਾ ਟੈਕਨੀਕਲ ਚੀਜ਼ ਪਹਿਲੀ ਵਾਰ ਬਿਲਡ ਕਰਨ ਲੱਗਾ, ਇਹਦਾ ਪਾਸ ਹੋਣ ਲੱਗਾ ਹੈ। ਕਿਸ ਤਰ੍ਹਾਂ ਦਿਮਾਗ 'ਚ ਆਇਆ ਕਿ ਜਿਹੜਾ ਪਾਈਪ ਹੁੰਦੀ ਪਲਾਸਟਿਕ ਦੀ, ਉਹਨੂੰ ਨਾਲ ਇਸਤੇਮਾਲ ਕੀਤਾ ਜਾਵੇ ਪਾਵਰ ਬੈਂਕ ਲਈ? ਕਿਉਂਕਿ ਅਗਰ ਆਪਾਂ ਦੂਸਰੇ ਪਾਵਰ ਬੈਂਕ ਕੰਪਨੀਜ਼ ਦੇ ਦੇਖ ਲਈਏ, ਤੇ ਉਹ ਦੂਸਰੀ ਪਲਾਸਟਿਕ ਜਿਹੜੀ ਹੁੰਦੀ ਹੈ ਉਸੇ ਹਿਸਾਬ ਨਾਲ ਤਿਆਰ ਕੀਤੀ ਹੁੰਦੀ, ਪਰ ਤੁਸੀਂ ਇਹਨੂੰ ਜਿਹੜਾ ਜੁਗਾੜ ਲਗਾਇਆ, ਕਿਉਂਕਿ ਪੰਜਾਬੀ ਉੱਦਾਂ ਵੀ ਜੁਗਾੜ 'ਚ ਸਭ ਤੋਂ ਅੱਗੇ ਹੁੰਦੇ, ਜੁਗਾੜ ਲਾਇਆ ਪਾਈਪ ਨਾਲ, ਇਹ ਕਿਸ ਤਰ੍ਹਾਂ ਦਿਮਾਗ 'ਚ ਆਇਆ? ਹੁਣ ਜਿੱਦਾਂ ਪਾਵਰ ਬੈਂਕ ਦੀ ਜੇ ਕੇਸਿੰਗ ਬਾਹਰੋਂ ਲੈਣੇ, ਉਹ ਵੀ ਐਕਸਪੈਂਸਿਵ ਪੈ ਜਾਣਾ ਸੀ, ਫਿਰ ਕਿਸਾਨਾਂ ਨੂੰ ਫਿਰ ਫ੍ਰੀ ਦਾ ਪ੍ਰੋਵਾਈਡ ਨਹੀਂ ਕੀਤਾ ਜਾਣਾ ਸੀ। ਤੇ ਫਿਰ ਇਹ ਸੋਚਿਆ ਕਿ ਵੁਡਨ ਨਾ ਲੱਕੜ ਦਾ ਕਰ ਲਈਏ। ਕਿਸੇ ਨੇ ਮੈਨੂੰ ਕਈ ਲੋਕਾਂ ਨੇ ਸੁਝਾਅ ਦਿੱਤਾ ਸੀ ਕਿ ਲੱਕੜ ਦਾ ਕਰ ਲਓ, ਬਟ ਉਹ ਮਤਲਬ ਸਦਾ ਬਾਹਰ ਨਹੀਂ ਹੋ ਸਕਦਾ ਸੀ, ਵਾਟਰਪ੍ਰੂਫ ਨਹੀਂ ਰਹਿੰਦਾ ਸੀ, ਉਹ ਮਤਲਬ ਬਹੁਤ ਜ਼ਿਆਦਾ ਰਿਸਕਿੰਗ ਵੀ ਸੀ। ਫਿਰ ਇਹ ਸੋਚਿਆ ਮੈਟਲ ਦਾ ਕਰ ਲਈਏ, ਕਈ ਲੋਕ ਕਹਿੰਦੇ ਜ਼ਿਆਦਾ ਮੈਟਲ ਦੀ ਬੜੇ ਫਿਨਿਸ਼ ਆਉਂਦੇ, ਉਹਦੇ ਬੜੇ ਆਉਣੀ, ਬਟ ਉਹ ਫਿਰ ਸ਼ੌਕ ਪ੍ਰੂਫ ਨਹੀਂ ਹੋਣਾ ਸੀ, ਤੇ ਡੈਂਟ ਪ੍ਰੂਫ ਹੀ ਨਹੀਂ ਹੋਣਾ, ਤੇ ਉਹਦੀ ਕੋਸਟਿੰਗ ਵੀ ਵੱਧ ਜਾਣੀ ਜਦੋਂ ਬਾਹਰੋਂ ਉਹਦਾ ਮੋਲਡ ਕਰਾਉਣਾ ਸੀ। ਤੇ ਜਿਹੜਾ ਸਭ ਤੋਂ ਚੀਪੈਸਟ ਲੱਗਾ ਤੇ ਅਵੇਲੇਬਲ ਲੱਗਾ ਉਹ ਪਾਈਪ ਲੱਗਿਆ ਨੂੰ, ਪੀਵੀਸੀ ਪਾਈਪ, ਕਿ ਈਜ਼ੀਲੀ ਹਰ ਸ਼ੌਪ 'ਚ ਅਵੇਲੇਬਲ ਹੋ ਜਾਂਦੇ, ਸੈਂਟਰੀ ਕੋਈ ਵੀ, ਸਭ ਚੀਪੈਸਟ ਵੀ ਆ, ਤੇ ਸ਼ੌਕ ਪ੍ਰੂਫ ਵੀ ਸਦਾ ਬਾਹਰ ਵੀ ਆ, ਪਾਣੀ ਨਾਲ ਉਹਨੂੰ ਕੁਛ ਨਹੀਂ ਹੋਣਾ, ਸ਼ੌਕ ਪ੍ਰੂਫ ਵੀ ਆ, ਫਲੈਕਸੀਬਲ ਵੀ ਆ, ਕਦੇ ਗਿਰੂਗਾ ਵੀ ਤੇ ਮਤਲਬ ਬ੍ਰੇਕ ਨਹੀਂ ਜਲਦੀ ਹੋਊਗਾ। ਜੀ ਬਿਲਕੁਲ। ਸੋ ਜੁਗਾੜ ਲਾ ਕੇ ਜਿਹੜਾ ਪਾਵਰ ਬੈਂਕ ਹੈ ਤਿਆਰ ਕੀਤਾ ਗਿਆ, ਪਲਾਸਟਿਕ ਦੀ ਪਾਈਪ ਨੂੰ ਮੋਲਡ ਕਰਕੇ ਜਿਹੜਾ ਪਾਵਰ ਬੈਂਕ ਹੈ ਤਿਆਰ ਕੀਤਾ ਗਿਆ। ਬੱਚੇ ਦੇ ਪਿਤਾ ਜੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਕੀ ਨਾਮ ਜੀ ਤੁਹਾਡਾ? ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਨਾਮ ਰੋਸ਼ਨ ਸਿੰਘ ਹੈ ਜੀ। ਜਦੋਂ ਬੱਚੇ ਦੇ ਦਿਮਾਗ 'ਚ ਆਈਡੀਆ ਆਇਆ ਕਿ ਮੈਂ ਪਾਵਰ ਬੈਂਕ ਤਿਆਰ ਕਰਨਾ, ਤਾਂ ਤੁਹਾਡੇ ਨਾਲ ਗੱਲ ਜਦੋਂ ਕੀਤੀ ਹੋਏਗੀ, ਫਿਰ ਕੀ ਤੁਸੀਂ ਮੰਨ ਗਏ ਫਸਟ ਟਾਈਮ 'ਚ, ਜਾਂ ਪਹਿਲੇ ਨਾ ਕੀਤਾ ਕਿ ਛੱਡ ਬੱਚਾ ਕਿੱਥੇ ਨੇ ਚੱਕਰਾਂ 'ਚ ਪਏਗਾ? ਨਹੀਂ, ਪਹਿਲਾਂ ਮੈਨੂੰ ਲੱਗਿਆ ਕਿ ਮੈਂ ਕਿ ਸ਼ਾਇਦ ਨਹੀਂ ਕਰ ਸਕੂਗਾ। ਜਦੋਂ ਇਹਨੇ ਕਿਹਾ ਸੀ ਕਿ ਮੈਂ ਪਾਵਰ ਬੈਂਕ ਬਣਾਉਣਾ ਚਾਹੁੰਦਾ ਜਾਂ ਟਰਾਈ ਕਰਨਾ ਚਾਹੁੰਦਾ, ਮੈਨੂੰ ਲੱਗਿਆ ਕਿ ਚਲੋ ਰੁਕਦੇ ਹਾਂ, ਕਿ ਥੋੜ੍ਹੀ ਪੇਮੈਂਟ ਟੂਮੈਂਟ ਮੇਰੀ ਆਉਣ ਵਾਲੀ ਦੁੱਧ ਦੀ ਇੱਧਰ ਉੱਧਰੋਂ, ਕਿ ਚਲੋ ਵੇਖਾਂਗੇ ਆਪਾਂ ਬਾਜ਼ਾਰ 'ਚੋਂ ਸੋਰਸ ਕਰਕੇ, ਜੇ ਕਹਿੰਦਾ ਤਾਂ ਆਪਾਂ ਕੁਛ ਜਾ ਕੇ 2-4 ਪੀਸ 8-10 ਪੀਸ ਲੈ ਕੇ ਬਾਹਰੋਂ ਸਸਤੇ ਲੈ ਕੇ ਵੰਡ ਦਾਂਗੇ। ਪਰ ਫਿਰ ਇਹਨੇ ਜਦੋਂ ਮੈਂ ਵਾਪਸ ਇੱਕ ਦਿਨ ਸ਼ਾਮੀ ਘਰ ਆਇਆ, ਤੇ ਇਹਨੇ ਮੇਰੇ ਆਉਂਦਿਆਂ ਨੂੰ ਇਹਨੇ ਆਪਣੀ ਪਿਗੀ ਬੈਂਕ ਤੋੜੀ ਸੀ, ਉਹ 'ਚ 2000 ਰੁਪਈਆ ਹੈਗਾ ਸੀ, ਤੇ ਉਹ ਤੋੜ ਕੇ ਇਹਨੇ ਮੈਨੂੰ ਨਾਲ ਲਿਸਟ ਦਿੱਤੀ ਕਿ ਯਾਰ ਪਾਪਾ ਪੈਸੇ। ਮੈਂ ਕਿਹਾ ਪੈਸੇ ਕਿੱਥੋਂ ਆ? ਫਿਰ ਵੇਖਿਆ ਤੇ ਪਿਗੀ ਬੈਂਕ ਟੁੱਟੀ ਪਈ। ਤੇ ਉਹ ਜਦੋਂ ਇਹਨੇ ਮੇਰੇ ਅੱਗੇ ਪੈਸੇ ਰੱਖੇ, ਤੇ ਉਹ ਇੱਕ ਬਹੁਤ ਅੰਦਰੋਂ ਮਤਲਬ ਝੰਜੋੜਨ ਵਾਲੀ ਸੀ, ਆਤਮਾ ਨੂੰ ਝੰਜੋੜਨ ਵਾਲੀ ਸੀ ਉਹ ਸੀਨ, ਜਿਹੜੀ ਕਿ ਉਹ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਉਹਦੇ ਬਾਅਦ ਮੈਨੂੰ ਲੱਗਾ ਕਿ ਨਹੀਂ, ਇੰਨਾ ਜ਼ਿਆਦਾ ਜਜ਼ਬਾ ਕਿ ਇਹਨੇ ਆਪਣੇ ਵਾਸਤੇ ਨਹੀਂ ਕਿਹਾ ਕਿ ਮੈਨੂੰ ਆ ਕੋਈ ਸ਼ਾਪਿੰਗ ਕਰਨੀ ਆ ਜਾਂ ਕੁਛ ਚੀਜ਼ ਲਿਆ ਕੇ ਦਿਓ। ਤੇ ਫਿਰ ਉਦੋਂ ਤੋਂ ਬਾਅਦ ਫਿਰ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ, ਫਿਰ ਆਪਾਂ ਇਸ ਪਾਸੇ ਲੱਗੇ ਰਹੇ ਜੀ।
ਕਿੰਨੀ ਕੁ ਖੁਸ਼ੀ ਮਿਲੀ ਜਦੋਂ ਬੱਚੇ ਨੇ ਪਾਵਰ ਬੈਂਕ ਤਿਆਰ ਕੀਤੇ ਪਹਿਲਾ ਦੂਸਰਾ ਤੇ ਉਹ ਕਿਸਾਨੀ ਅੰਦੋਲਨ 'ਚ ਜਾ ਕੇ ਕਿਸਾਨਾਂ ਨੇ ਇਸਤੇਮਾਲ ਕੀਤਾ, ਕਿੰਨੀ ਕੁ ਖੁਸ਼ੀ ਮਿਲੀ? ਇਹ ਬਹੁਤ ਵਧੀਆ ਖੁਸ਼ੀ ਸੀ ਜਿਹੜੀ ਖਾਸ ਕਰਕੇ ਜਿਹੜੀ ਕਿਸਾਨਾਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਆਉਂਦੀ ਹੈ ਜਦੋਂ ਵੇਖੋ ਹੁਣ ਸਰਕਾਰ ਹਰ ਪਾਸੋਂ ਕੋਸ਼ਿਸ਼ ਕਰ ਰਹੀ ਹੈ ਕਿ ਇਹਨਾਂ ਦੀ ਕਨੈਕਟੀਵਿਟੀ ਬੰਦ ਹੋ ਜੇ, ਜੈਮਰ ਲਾਤੇ ਆ ਉੱਥੇ ਕਈ ਕੁਛ ਕਰਦੀ ਹੈ, ਮਤਲਬ ਕਿ ਜਦ ਕਿ ਸ਼ਾਂਤੀਪੂਰਨ ਧਰਨਾ ਦੇਣਾ ਜਿਹੜਾ ਹਰ ਬੰਦੇ ਦਾ ਹੱਕ ਆ, ਹਰ ਸੰਵਿਧਾਨ ਨੂੰ ਹੱਕ ਦਿੰਦਾ। ਇਹਨਾਂ ਨੇ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਟੋਇਲਟਾਂ ਉੱਥੋਂ ਚੁਕਾਈਆਂ, ਬਹੁਤ ਕੁਛ ਕੀਤਾ ਸਰਕਾਰ ਨੇ ਆਪਣੇ ਵੱਲੋਂ ਕਿ ਧਰਨਾ ਚੁੱਕਿਆ ਜਾਵੇ। ਪਰ ਅਸੀਂ ਆਪਣੇ ਵੱਲੋਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦਾ ਧਰਨਾ ਟੁੱਟੇ, ਉਹਨਾਂ ਦਾ ਭਰੋਸਾ ਵਿਸ਼ਵਾਸ ਵੀ ਨਾ ਟੁੱਟੇ। ਤੇ ਜਦੋਂ ਕਿਸਾਨਾਂ ਦੇ ਚਿਹਰੇ ਤੇ ਜਦੋਂ ਖੁਸ਼ੀ ਮਿਲਦੀ ਹੈ ਆਪਣੇ ਘਰਦਿਆਂ ਨਾਲ ਗੱਲ ਕਰਕੇ, ਜਦੋਂ ਫੋਨ ਉਹਨਾਂ ਦੇ ਚਾਰਜ ਲੱਗੇ ਹੁੰਦੇ ਆ, ਫੋਨ ਉਹਨਾਂ ਦਾ ਬੈਟਰੀ ਹੁੰਦੀ ਹੈ, ਕਿਉਂਕਿ ਅਸੀਂ ਕਈ ਵਾਰ ਵੇਖਦੇ ਸੀ ਜਾਂਦੇ ਸੀ ਜੋ ਧਰਨਿਆਂ ਤੇ ਕਈ ਕਿਸਾਨ ਸਾਡੇ ਕੋਲ ਮੇਰੇ ਕੋਲ ਆ ਜਾਂਦੇ ਸੀ ਇੱਦਾਂ ਕਿ ਭਾਜੀ ਆ ਫੋਨ ਮਿਲਾਇਓ ਇੱਕ ਘਰ ਘਰ ਗੱਲ ਨਹੀਂ ਹੋਈ 2-3 ਦਿਨ ਹੋਏ। ਤੇ ਉਹ ਮੈਂ ਕਈ ਵਾਰ ਫੋਨ ਮਿਲਾ ਦੇਣਾ ਉਸੇ ਵੇਲੇ ਕੱਢ ਕੇ ਕਿ ਉਹਨਾਂ ਦੇ ਫੋਨ ਬੈਟਰੀ ਡੈਡ ਹੁੰਦੀ ਕਿਸਾਨਾਂ ਦੇ। ਤੇ ਉਹ ਅਨਨੋਨ ਨੰਬਰ ਇੱਕ ਘਰ ਦੇ ਕਈ ਵਾਰ ਫੋਨ ਚੁੱਕਦੇ ਵੀ ਨਹੀਂ ਤੇ ਫਿਰ ਹੋਰ ਬੰਦਾ ਆ ਜਾਂਦਾ ਟੈਨਸ਼ਨ ਕਿ ਘਰ ਦੇ ਫੋਨ ਕਿਉਂ ਨਹੀਂ ਚੁੱਕਣ ਦੇ, ਗੱਲ ਕਿਉਂ ਨਹੀਂ ਹੋਣ ਦੀ। ਤੇ ਉਹ ਦੋਵੇਂ ਬੰਨੇ ਟੈਨਸ਼ਨ ਹੁੰਦੀ ਆ। ਉਹ ਜਿਹੜਾ ਕਿਸਾਨ ਜਿਹੜਾ ਬਾਰਡਰਾਂ ਤੇ ਆਪਣੇ ਘਰ ਘਰ ਛੱਡ ਕੇ ਬੈਠਾ, ਘਰ ਪਰਿਵਾਰ ਛੱਡ ਕੇ, ਪਰਿਵਾਰ ਨੂੰ ਓਨੀ ਟੈਨਸ਼ਨ ਹੁੰਦੀ। ਤੇ ਹੁਣ ਜਦੋਂ ਪਰਿਵਾਰ ਨਾਲ ਗੱਲ ਕਰਕੇ ਕਿਸਾਨ ਦੇ ਚਿਹਰੇ ਤੇ ਮੁਸਕਾਨ ਵੇਖੀ ਦੀ ਕਿ ਹਾਂ ਉਹ ਜਿਹੜੀ ਸਭ ਤੋਂ ਵੱਡੀ ਸਾਡੀ ਜਿਹੜੀ ਉਹ ਅਸੀਂ ਸੋਚਦੇ ਕਿ ਸਾਨੂੰ ਉਹ ਵਾਪਸ ਆ ਗਿਆ। ਇੱਕ ਗੱਲ ਕਰੀਏ ਤਾਂ ਕੋਸਟ ਜਿਹੜਾ ਬੱਚੇ ਨੇ ਦੱਸਿਆ ਕਿ 450 ਰੁਪਏ ਕੋਸਟ ਤੁਹਾਨੂੰ ਘਰ ਕਰ ਰਿਹਾ ਉਹ ਪਾਵਰ ਬੈਂਕ, ਤਾਂ ਜਿਹੜੇ ਇੱਕ ਪੈਸੇ ਲੱਗਦੇ ਪਏ ਪਾਵਰ ਬੈਂਕਾਂ ਦੇ ਉੱਤੇ, ਬਹੁਤ ਸਾਰੇ ਉਹਨੇ ਬੱਚੇ ਨੇ ਦੱਸਿਆ ਕਿ ਅਣਗਿਣਤ ਜਿਹੜੇ ਪਾਵਰ ਬੈਂਕ ਉਹ ਭੇਜ ਚੁੱਕੇ ਆ ਤੇ ਹੋਰ ਤਿਆਰ ਕਰ ਰਿਹਾ। ਤਾਂ ਜਿਹੜੇ ਪੈਸੇ ਲੱਗਦੇ ਕਿ ਕੋਈ ਸੰਸਥਾ ਤੁਹਾਨੂੰ ਦੇ ਰਹੀ ਹੈ ਪੈਸੇ, ਜਾਂ ਕਿਸਾਨ ਅੰਦੋਲਨ 'ਚੋਂ ਪੈਸੇ ਤੁਹਾਨੂੰ ਆ ਰਹੇ ਆ, ਜਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਲਾ ਰਹੇ ਜੀ? ਨਹੀਂ ਇਹੋ ਜਿਹਾ ਕੋਈ ਨਹੀਂ ਜੀ, ਕੋਈ ਸੰਸਥਾ ਵੱਲੋਂ ਜਾਂ ਕਿਸੇ ਇੱਧਰੋਂ ਨਹੀਂ ਆ ਰਿਹਾ, ਅੰਦੋਲਨ 'ਚੋਂ ਅਸੀਂ ਨਹੀਂ ਲੈ ਰਹੇ ਕੋਈ ਪੈਸਾ। ਅਸੀਂ ਆਪਣੀ ਕਿਰਤ ਕਮਾਈ 'ਚੋਂ ਜੋ ਵੀ ਸਾਡੀ ਸੇਵਿੰਗ ਹੁੰਦੀ ਹੈ, ਘਰ ਦੀ ਸਾਡੀ ਫੈਮਿਲੀ ਦੀ ਸੇਵਿੰਗ ਹੈ, ਉਹੀ ਅਸੀਂ ਲਗਾ ਰਹੇ ਹਾਂ। ਅੱਗੇ ਵੀ ਲਗਾਉਂਦੇ ਰਹਾਂਗੇ ਜਿੰਨੇ ਚਿਰ ਤੱਕ ਇਹਦੇ ਜਜ਼ਬਾ ਜਦੋਂ ਕਿਸਾਨ ਅੰਦੋਲਨ ਜਿੰਨੇ ਚਿਰ ਤੱਕ ਨਹੀਂ ਚੱਲਿਆ, ਉਨੇ ਚਿਰ ਤੱਕ ਜਿੱਦਾਂ ਵੀ ਹੋ ਸਕੇ ਸਿਰਫ ਪਾਵਰ ਬੈਂਕ ਨਹੀਂ ਹੋਰ ਹੀ ਹੋ ਸਕੇ ਸੇਵਾ ਕਰਦੇ ਰਹਾਂਗੇ। ਈਵਨ ਕਿ ਇੱਥੋਂ ਤੱਕ ਮੈਨੂੰ ਕਹਿਤਾ ਕਿ ਆਪਣੀ ਕੋਈ ਨਹੀਂ ਲੱਗਾ ਰਹੋ, ਆਪਣੀ ਗੱਡੀ ਵੇਚਣੀ ਪਈ ਮੈਂ ਆਪਣੀ ਗੱਡੀ ਵੇਚ ਦੂੰਗਾ ਕਿ ਮਤਲਬ ਜਿੰਨਾ ਹੋ ਸਕੇ ਅਸੀਂ ਆਪਣੇ ਇਹਦਾ ਕੰਮ ਇਹ ਟੁੱਟ ਨਹੀਂ ਦੇਣਾ, ਇਹਦਾ ਸੁਪਨਾ ਟੁੱਟ ਨਹੀਂ ਦੇਣਾ। ਜੀ ਬਿਲਕੁਲ ਬਿਲਕੁਲ। ਸੋ ਇਹ ਸੀ ਰੋਸ਼ਨ ਸਿੰਘ ਜਿਨ੍ਹਾਂ ਦੇ ਬੇਟੇ ਵੱਲੋਂ ਪਾਵਰ ਬੈਂਕ ਜਿਹੜੇ ਆ ਉਹ ਤਿਆਰ ਕੀਤੇ ਜਾ ਰਿਹਾ। ਸੋ ਜਜ਼ਬਾ ਪਰਿਵਾਰ ਦਾ ਪੂਰਾ ਹੈ। ਰੋਸ਼ਨ ਸਿੰਘ ਦਾ ਕਹਿਣਾ ਹੈ ਕਿ ਹੁਣ ਬੱਚਾ ਪਾਵਰ ਬੈਂਕ ਤਿਆਰ ਕਰ ਰਿਹਾ, ਅਗਰ ਸਾਡੇ ਕੋਲ ਪੈਸਿਆਂ ਦੀ ਕਮੀ ਆਏਗੀ ਤੇ ਆਪਣੀ ਕਾਰ ਜਿਹੜੀ ਹੈ ਉਹ ਸੇਲ ਕਰਕੇ ਜਿਹੜੀ ਉਹਦੇ ਪੈਸੇ ਹੋਣਗੇ ਉਹਦੇ ਪਾਵਰ ਬੈਂਕ ਬਣਾ ਕੇ ਕਿਸਾਨਾਂ ਨੂੰ ਦਿੱਤੇ ਜਾਣਗੇ, ਤਾਂ ਜੋ ਜਿਹੜਾ ਦਿੱਲੀ ਕਿਸਾਨੀ ਮੋਰਚਾ ਜਿਹੜਾ ਚੱਲ ਰਿਹਾ ਹੈ ਉਹਦੀ ਜਿੱਤ ਜਦੋਂ ਤੱਕ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੀ ਸੇਵਾ 'ਚ ਇਹਨਾਂ ਦਾ ਪਰਿਵਾਰ ਵੀ ਹਾਜ਼ਰ ਰਹੇਗਾ। ਫਿਲਹਾਲ ਇਹਨਾਂ ਦੇ ਬੱਚੇ ਵੱਲੋਂ ਪਾਵਰ ਬੈਂਕ ਜਿਹੜੇ ਆ ਉਹ ਤਿਆਰ ਕਰਕੇ ਕਿਸਾਨੀ ਅੰਦੋਲਨ ਵਾਸਤੇ ਦਿੱਲੀ ਬਾਰਡਰ ਤੇ ਭੇਜੇ ਜਾ ਰਹੇ ਆ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਮੁਕੇਸ਼ ਮਹਿਰਾ ਦਾ TV NRI ਅੰਮ੍ਰਿਤਸਰ।